दोस्तों आज ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲਬਾਤ ਕਰਾਂਗਾ ਇੱਕ ਵਾਰ ਫੇਰ ਡੇਢ ਮਹੀਨਾ ਪਹਿਲਾਂ ਮੇਰੀ ਇੱਕ ਅਜਿਹੀ ਰਿਪੋਰਟ ਜਿਸ ਵਿੱਚ ਕੀ ਆਪਰੇਸ਼ਨ ਈਲੂ ਬਾਰੇ ਆਪਾਂ ਖੁਲਾਸਾ ਕੀਤਾ ਸੀ। ਫਿਲੀਪੀਨਸ ਦੇ ਇੱਕ ਸ਼ਹਿਰ ਈਲੂ ਦੇ ਵਿੱਚ ਉੱਥੋਂ ਦੀ ਪੁਲਿਸ, ਉੱਥੋਂ ਦੀ ਫਿਊਜੀਟਿਵ ਸਰਚ ਯੂਨਿਟ ਅਤੇ ਸਵਾਟ ਕਮਾਂਡੋ ਟੀਮਸ ਨੇ ਬਿਊਰੋ ਆਫ ਇਮੀਗ੍ਰੇਸ਼ਨ ਦੇ ਇਸ਼ਾਰੇ ਉੱਤੇ ਇੱਕ ਬਹੁਤ ਮਹੱਤਵਪੂਰਨ ਆਪਰੇਸ਼ਨ ਕੀਤਾ ਜਿਸ ਵਿੱਚ ਕਿ ਖਾਲਿਸਤਾਨ ਟਾਈਗਰ ਫੋਰਸ ਦੇ ਕੁਝ ਅਜਿਹੇ ਕਾਰਕੁਨ ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਅਤੇ ਸੁਖਦੂਲ ਸਿੰਘ ਸੁੱਖਾ ਦੁਨੇਕੇ ਨਾਲ ਜੁੜੇ ਹੋਏ ਉਹਨਾਂ ਦੇ ਹੈਂਡਲਰਸ, ਉਹ ਗੈਂਗਸਟਰ ਜੋ ਕਿ ਆਪਣੇ ਇੰਡੀਪੈਂਡੈਂਟ ਗੈਂਗ ਵੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਚਲਾ ਰਹੇ ਸਨ ਤੇ ਬਾਹਰ ਬੈਠ ਕੇ ਅਰਸ਼ਦੀਪ ਡਾਲੇ ਦੇ ਨਾਂ ਉੱਤੇ ਫਿਰੌਤੀਆਂ ਦੀ ਵਸੂਲੀ ਵੀ ਕਰਦੇ ਸਨ ਤੇ ਅਰਸ਼ਦੀਪ ਡਾਲੇ ਲਈ ਜਾਂ ਉਸ ਦੇ ਜਿਹੜੇ ਫੁੱਟ ਆਪਰੇਟਿਵ ਸੀ, ਉਸ ਦੇ ਕ੍ਰਿਮੀਨਲ ਸੀ, ਗੈਂਗਸਟਰ ਸੀ, ਉਹਨਾਂ ਨੂੰ ਠਹਿਰ, ਉਹਨਾਂ ਨੂੰ ਲੌਜਿਸਟਿਕਲ ਮਦਦ ਮੁਹੱਈਆ ਕਰਾਉਣ ਦਾ ਕੰਮ ਵੀ ਕਰਿਆ ਕਰਦੇ ਸੀ। ਇੱਕ ਬਹੁਤ ਹੀ ਮੇਜਰ ਮੋਡਿਊਲ ਸੀ ਜਿਸ ਦਾ ਨਾਂ ਸੀ ਮਨਪ੍ਰੀਤ ਸਿੰਘ ਪੀਤਾ ਮੋਡਿਊਲ। ਸੋ ਮਨਪ੍ਰੀਤ ਸਿੰਘ ਪੀਤੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਦੇ 3 ਹੋਰ ਸਾਥੀਆਂ ਦੇ ਨਾਲ, ਜਿਨ੍ਹਾਂ ਵਿੱਚੋਂ ਅੰਮ੍ਰਿਤਪਾਲ ਸਿੰਘ ਐਮੀ, ਅਮਰੀਕ ਸਿੰਘ ਅਤੇ ਮਨਦੀਪ ਸਿੰਘ ਮੁੱਖ ਹੁੰਦੇ ਨੇ। 2019 ਤੋਂ ਲੈ ਕੇ 2020 ਦੇ ਅਲੱਗ-ਅਲੱਗ ਸਮਿਆਂ ਦੌਰਾਨ ਇਹ ਲੋਕ ਫਿਲੀਪੀਨਸ ਗਏ। ਗੈਂਗਸਟਰ ਅਰਸ਼ਦੀਪ ਡਾਲਾ ਜਾਂ ਸੁਖਦੂਲ ਸਿੰਘ ਸੁੱਖਾ ਦੁਨੇਕੇ ਵੱਲੋਂ ਇਹਨਾਂ ਨੂੰ ਵਾਅਦੇ ਕੀਤੇ ਗਏ ਸੀ ਕਿ ਕਿਸੇ ਨਾ ਕਿਸੇ ਸਮੇਂ ਇਹਨਾਂ ਨੂੰ ਅਮਰੀਕਾ ਫਿਲੀਪੀਨਸ ਤੋਂ ਅੱਗਿਓਂ ਕੱਢ ਦਿੱਤਾ ਜਾਏਗਾ, ਲੇਕਿਨ ਇਹ ਲੋਕ ਫਿਲੀਪੀਨਸ ਦੇ ਵਿੱਚ ਹੀ ਉੱਥੋਂ ਦੇ ਸਵਾਟ ਕਮਾਂਡੋ ਟੀਮਸ ਦਾ ਨਿਸ਼ਾਨਾ ਬਣਦੇ ਨੇ। 3 ਦਿਨ ਪਹਿਲਾਂ 19 ਮਈ ਨੂੰ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ। ਇੱਕ ਪ੍ਰੈਸ ਰਿਲੀਜ਼ ਕੱਢਿਆ ਜਾਂਦਾ ਜਿਸ ਵਿੱਚ ਕਿ ਉਹਨਾਂ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਅਰਸ਼ਦੀਪ ਸਿੰਘ ਅਰਸ਼ ਡਾਲੇ ਅਤੇ ਸੁੱਖਾ ਦੁਨੇਕੇ ਦੇ 2 ਗੈਂਗਸਟਰ ਜੋ ਕਿ ਫਿਲੀਪੀਨਸ ਤੋਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪਹੁੰਚਦੇ ਨੇ, ਉਹਨਾਂ ਨੂੰ ਇੱਕ ਆਪਰੇਸ਼ਨ ਦੇ ਵਿੱਚ ਫੜਨ ਦਾ ਦਾਅਵਾ ਕੀਤਾ। ਇਹ 2 ਗੈਂਗਸਟਰ ਉਹੀ ਗੈਂਗਸਟਰ ਹੁੰਦੇ ਨੇ ਜਿਨ੍ਹਾਂ ਦਾ ਜ਼ਿਕਰ ਆਪਾਂ ਡੇਢ ਮਹੀਨਾ ਪਹਿਲਾਂ ਮਨਪ੍ਰੀਤ ਸਿੰਘ ਪੀਤੇ ਵਾਲੀ ਰਿਪੋਰਟ ਵਿੱਚ ਉਸ ਦੇ ਸਾਥੀਆਂ ਦੇ ਰੂਪ ਵਿੱਚ ਕੀਤਾ ਸੀ, ਯਾਨੀ ਕਿ ਅੰਮ੍ਰਿਤਪਾਲ ਸਿੰਘ ਐਮੀ ਅਤੇ ਉਸ ਦਾ ਸਾਥੀ ਅਮਰੀਕ ਸਿੰਘ। ਸੋ ਅੰਮ੍ਰਿਤਪਾਲ ਸਿੰਘ ਅਤੇ ਅਮਰੀਕ ਸਿੰਘ ਗ੍ਰਿਫਤਾਰ ਕਰ ਲਏ ਗਏ ਨੇ। NIA ਵੱਲੋਂ ਇਸ ਆਪਰੇਸ਼ਨ ਨੂੰ ਆਪਣਾ ਆਪਰੇਸ਼ਨ ਦੱਸਿਆ ਗਿਆ, ਲੇਕਿਨ NIA ਨੇ ਇਸ ਪੂਰੇ ਆਪਰੇਸ਼ਨ ਦੇ ਹੋਰ ਖੁਲਾਸੇ ਨਹੀਂ ਕੀਤੇ ਨੇ। ਥੋੜੀ ਹੈਰਾਨੀ ਮੈਨੂੰ ਜ਼ਰੂਰ ਹੋਈ ਕਿ ਦੇਸ਼ ਦੀ ਪ੍ਰੀਮੀਅਰ ਜਿਹੜੀ ਜਾਂਚ ਏਜੰਸੀ ਹੈ ਉਸਨੇ ਇਸ ਆਪਰੇਸ਼ਨ ਜੋ ਕਿ ਮਾਰਚ ਦੇ ਪਹਿਲੇ ਹਫ਼ਤੇ ਦੌਰਾਨ ਹੁੰਦਾ ਹੈ ਤੇ ਇੱਕ ਬਹੁਤ ਹੀ ਵੱਡਾ ਆਪਰੇਸ਼ਨ ਸੀ, ਕਿਉਂਕਿ ਜਦੋਂ ਆਪਾਂ ਰਿਪੋਰਟ ਬਣਾਈ ਸੀ ਸਾਡੇ ਕੋਲ ਅਲੱਗ-ਅਲੱਗ ਸਾਧਨਾਂ ਤੋਂ ਜਾਂ ਸੂਤਰਾਂ ਤੋਂ ਰਿਪੋਰਟ ਸਨ, ਲੇਕਿਨ ਉਸ ਰਿਪੋਰਟ ਦੇ ਵਿੱਚ ਜਿਹੜਾ ਮੈਂ ਜ਼ਿਕਰ ਨਹੀਂ ਸੀ ਕਰ ਪਾਇਆ ਜਾਂ ਕਿਉਂਕਿ ਮੇਰੇ ਕੋਲ ਤਸਦੀਕ ਨਹੀਂ ਸੀ। ਬਹੁਤ ਹੀ ਸੀਨੀਅਰ ਅਧਿਕਾਰੀਆਂ ਦੇ ਨਾਲ ਜਿਹੜੀ ਭਾਰਤ ਸਰਕਾਰ ਦੇ ਮੇਰੀ ਗੱਲਬਾਤ ਹੋਈ ਸੀ, ਉਹਨਾਂ ਨੇ ਮੈਨੂੰ ਕੋਈ ਵੀ ਸਪਸ਼ਟ ਜਾਣਕਾਰੀ ਇਸ ਆਪਰੇਸ਼ਨ ਬਾਰੇ ਜਾਂ ਕੋਈ ਅਜਿਹੇ ਆਪਰੇਸ਼ਨ ਬਾਰੇ ਨਹੀਂ ਸੀ ਦਿੱਤੀ। ਮੇਰੇ ਆਪਣੇ ਫਿਲੀਪੀਨਸ ਦੇ ਸੂਤਰਾਂ ਵੱਲੋਂ ਮੈਨੂੰ ਅਲੱਗ-ਅਲੱਗ ਕਨਫਲਿਕਟਿੰਗ ਰਿਪੋਰਟਸ ਮਿਲੀਆਂ ਜਿਨ੍ਹਾਂ ਉੱਤੇ ਤਕਰੀਬਨ 2 ਹਫ਼ਤੇ ਕੰਮ ਕਰਨ ਤੋਂ ਬਾਅਦ ਆਪਾਂ ਰਿਪੋਰਟ ਮਾਰਚ ਦੇ ਦੂਸਰੇ ਜਾਂ ਤੀਸਰੇ ਹਫ਼ਤੇ ਦੇ ਵਿੱਚ ਨਸ਼ਰ ਕੀਤੀ। ਉਸ ਰਿਪੋਰਟ ਦੇ ਵਿੱਚ ਆਪਾਂ ਜ਼ਿਕਰ ਕਰਤਾ ਸੀ ਕਿ ਆਪਰੇਸ਼ਨ ਕੀ ਸੀ, ਲੇਕਿਨ ਜਿਹੜੀ ਜਾਣਕਾਰੀ ਹੈ, ਜਿਹੜੀ ਸੂਚਨਾ ਮੈਂ ਉਸ ਰਿਪੋਰਟ ਦੇ ਵਿੱਚ ਵੀ ਨਹੀਂ ਦੇ ਪਾਇਆ ਸੀ, ਉਹ ਮੈਂ ਅੱਜ ਦਾਂਗਾ, ਕਿਉਂਕਿ NIA ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਮੀਡੀਆ ਰਿਪੋਰਟਸ ਦੇ ਵਿੱਚ ਵੇਖ ਰਹੇ ਹੋ ਕਿ ਅਰਸ਼ਦੀਪ ਡਾਲੇ ਦੇ ਸੁੱਖੇ ਦੁਨੇਕੇ ਦੇ 2 ਸਾਥੀਆਂ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਫਿਲੀਪੀਨਸ ਤੋਂ ਪਰਤਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਹੈ, ਉਹ ਬਹੁਤ ਅੱਧੀ ਅਧੂਰੀ ਤੇ ਕੱਚੀ ਜਾਣਕਾਰੀ ਹੈ, ਕਿਉਂਕਿ ਬਹੁਤ ਸੀ ਅਜਿਹੀ ਜਾਣਕਾਰੀਆਂ ਹੈ, ਬਹੁਤ ਸੇ ਅਜਿਹੇ ਆਪਰੇਸ਼ਨ ਹੁੰਦੇ ਨੇ ਜਿਨ੍ਹਾਂ ਨੂੰ ਨੈਸ਼ਨਲ ਇੰਟਰਸਟ ਦੇ ਵਿੱਚ ਅਸੀਂ ਵੀ ਉਸ ਤਰੀਕੇ ਦੇ ਨਾਲ ਖੋਲ੍ਹਣਾ ਨਹੀਂ ਚਾਹੁੰਦੇ। ਇਹੀ ਕਾਰਨ ਸੀ ਕਿ ਇਸ ਰਿਪੋਰਟ ਨੂੰ ਕਈ ਹਫ਼ਤੇ ਤੱਕ ਉਡੀਕ ਕਰਨ ਤੋਂ ਬਾਅਦ, ਕਈ ਅਫਸਰਾਂ ਦੇ ਨਾਲ ਲਗਾਤਾਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਨ ਲਈ ਰਾਬਤਾ ਰੱਖਣ ਦੇ ਬਾਵਜੂਦ, ਕੋਈ ਵੀ ਜਾਣਕਾਰੀ ਉਹਨਾਂ ਤੋਂ ਨਾ ਮਿਲਣ ਦੇ ਬਾਵਜੂਦ ਵੀ ਮੈਂ ਉਸ ਮਹੀਨੇ ਦੇ ਵਿੱਚ ਬਣਾਇਆ। ਤੇ ਅਕਸਰ ਇਸ ਤਰੀਕੇ ਦੀਆਂ ਰਿਪੋਰਟਸ ਜਦੋਂ ਅਸੀਂ ਬਣਾਉਂਦੇ ਹਾਂ ਉਸ ਦੇ ਵਿੱਚ ਜ਼ੋਖਿਮ ਬੜਾ ਵੱਡਾ ਹੁੰਦਾ, ਲੇਕਿਨ ਅੱਜ ਮੈਂ ਉਸ ਜਾਣਕਾਰੀ ਨੂੰ ਤੁਹਾਡੀ ਨਜ਼ਰ ਕਰਾਂਗਾ ਕਿਉਂਕਿ ਜਾਣਕਾਰੀ ਪੂਰੀ ਦਰੁਸਤ ਸੀ। ਮਨਪ੍ਰੀਤ ਪੀਤੇ, ਅੰਮ੍ਰਿਤਪਾਲ ਐਮੀ, ਅਮਰੀਕ ਸਿੰਘ ਅਤੇ ਮਨਦੀਪ ਸਿੰਘ ਦੀ ਗ੍ਰਿਫਤਾਰੀ ਜੋ ਮੈਂ ਆਪਣੀ ਮਾਰਚ ਦੀ ਰਿਪੋਰਟ ਦੇ ਵਿੱਚ ਜਿਹਦਾ ਪੂਰਾ ਦਾ ਪੂਰਾ ਖੁਲਾਸਾ ਕਰਦਾ ਸੀ, ਉਹ ਪੂਰਾ ਦਾ ਪੂਰਾ ਆਪਰੇਸ਼ਨ ਬਿਲਕੁਲ ਉਵੇਂ ਹੀ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ, ਲੇਕਿਨ ਉਸ ਦੇ ਵਿੱਚ ਕੁਝ ਇਨਪੁਟਸ ਨੇ। ਇਹ ਆਪਰੇਸ਼ਨ ਕੋਈ ਛੋਟਾ ਮੋਟਾ ਆਪਰੇਸ਼ਨ ਨਹੀਂ ਸੀ, ਬਲਕਿ ਇਸ ਦੇ ਵਿੱਚ ਭਾਰਤ ਦੀਆਂ ਟੌਪ ਦੀਆਂ ਐਨਫੋਰਸਮੈਂਟ ਏਜੰਸੀਆਂ ਡੇ 1 ਤੋਂ ਸ਼ਾਮਲ ਸੀ। ਸੋ NIA ਦਾ ਇਹ ਕਹਿਣਾ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਕੁਝ ਕ੍ਰਿਮੀਨਲਸ ਪਰਤਦੇ ਨੇ ਤੇ ਇਹਨਾਂ ਦੀ ਬਹੁਤ ਹੀ ਬਾਜ਼ ਵਰਗੀ ਨਜ਼ਰ ਉਹਨਾਂ ਤੇ ਹੁੰਦੀ ਹੈ, ਉਹਨੂੰ ਫੜ ਲੈਂਦੇ ਨੇ, ਇਹ ਮੈਨੂੰ ਲੱਗਦਾ ਹੈ ਬਹੁਤ ਹੀ ਅਧੂਰੀ ਜਾਣਕਾਰੀ ਹੈ। ਸੋ ਅੱਜ ਦੀ ਇਸ ਰਿਪੋਰਟ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪੂਰਾ ਆਪਰੇਸ਼ਨ ਸਿਰੇ ਕਿਵੇਂ ਚੜਿਆ, ਕਿੰਨੀ ਦੇਰ ਤੋਂ ਇਹਨਾਂ ਉੱਤੇ ਨਜ਼ਰ ਰੱਖੀ ਜਾ ਰਹੀ ਸੀ ਤੇ ਭਾਰਤ ਅਤੇ ਅਮਰੀਕਾ ਦੀ, ਯਾਨੀ ਕਿ ਭਾਰਤ ਦੀ ਰਿਸਰਚ ਐਂਡ ਐਨਾਲਿਸਿਸ ਵਿੰਗ ਵਰਗੀ ਆਰਗੇਨਾਈਜੇਸ਼ਨਸ ਅਤੇ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਸ ਵੀ ਇਸ ਆਪਰੇਸ਼ਨ ਦੇ ਵਿੱਚ ਮੈਂ ਨਹੀਂ ਕਹਾਂਗਾ ਕਿ ਇਨਵੋਲਵ ਰਹੀਆਂ, ਹੋ ਸਕਦੀਆਂ ਨੇ, ਬਲਕਿ ਇਹ ਕਿਹਾ ਜਾ ਸਕਦਾ ਕਿ ਪੱਕੇ ਤੌਰ ਤੇ ਉਹ ਇਨਵੋਲਵ ਸੀ, ਕਿ ਛੋਟਾ ਮੋਟਾ ਆਪਰੇਸ਼ਨ ਨਹੀਂ ਸੀ। ਖਾਲਿਸਤਾਨ ਟਾਈਗਰ ਫੋਰਸ ਦੇ ਆਪਰੇਟਿਵ ਮੰਨੇ ਜਾਣ ਵਾਲੇ ਇਹ ਅਦਰਵਾਈਜ਼ ਜਿਹੜੇ ਗੈਂਗਸਟਰ ਹੈਗੇ ਨੇ, ਇਹਨਾਂ ਨੂੰ ਫੜਨ ਲਈ ਜਿਹੜਾ ਆਪਰੇਸ਼ਨ ਹੈ ਉਹ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਤੇ ਮੇਰੀ ਜਾਣਕਾਰੀ ਦੇ ਮੁਤਾਬਕ 7 ਫਰਵਰੀ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਜੋ ਕਿ ਹਰੀਸ਼ ਡਿਫਾਲਟੀ ਨਾਂ ਦੇ
ਇੱਕ ਸੈਕੰਡ ਸੈਕਟਰੀ ਜਿਹੜੇ ਇੰਡੀਅਨ ਐਮਬੈਸੀ ਦੇ ਹੈਗੇ ਨੇ ਉੱਥੇ ਮਨੀਲਾ ਦੇ ਵਿੱਚ ਫਿਲੀਪੀਨਸ ਦੇ ਵਿੱਚ, ਉਹਨਾਂ ਵੱਲੋਂ ਲਿਖੀ ਜਾਂਦੀ ਹੈ। ਇਸ ਚਿੱਠੀ ਦੇ ਵਿੱਚ 2 ਕ੍ਰਿਮੀਨਲਸ ਦਾ ਜ਼ਿਕਰ ਕੀਤਾ ਜਾਂਦਾ, ਜਿਨ੍ਹਾਂ ਵਿੱਚੋਂ ਇੱਕ ਹੁੰਦਾ ਮਨਪ੍ਰੀਤ ਸਿੰਘ ਪੀਤਾ, ਜਿਸ ਦੇ ਖਿਲਾਫ ਐਡੀਸ਼ਨਲ ਡਿਸਟ੍ਰਿਕਟ ਜੁਡੀਸ਼ੀਅਲ ਮੈਜਿਸਟ੍ਰੇਟ ਮੋਗੇ ਦੀ ਅਦਾਲਤ ਦੇ ਵਿੱਚ ਕੁਝ ਪੈਂਡਿੰਗ ਪਏ ਕੇਸਾਂ ਦਾ ਜ਼ਿਕਰ ਕਰਕੇ ਜਾਂ ਹਵਾਲਾ ਜਿਹੜਾ ਬਣਾ ਕੇ ਉਸ ਨੂੰ ਇੱਕ ਕੇਸ ਤਿਆਰ ਕੀਤਾ ਜਾਂਦਾ ਤੇ ਮੰਗ ਕੀਤੀ ਜਾਂਦੀ ਹੈ ਫਿਲੀਪੀਨਸ ਦੀ ਅਥਾਰਟੀਜ਼ ਤੋਂ ਕਿ ਇਸ ਫਿਊਜੀਟਿਵ ਦੀ, ਇਸ ਭਗੌੜੇ ਦੀ, ਇਸ ਕ੍ਰਿਮੀਨਲ ਦੀ, ਜੋ ਕਿ ਭਾਰਤ ਦੇ ਵਿੱਚ ਵਾਂਟਿਡ ਸੀ ਅਲੱਗ-ਅਲੱਗ ਅਪਰਾਧਿਕ ਧਾਰਾਵਾਂ ਦੇ ਤਹਿਤ, ਉਸ ਦੀ ਭਾਲ ਕੀਤੀ ਜਾਏ। ਪੀਤੇ ਤੋਂ ਇਲਾਵਾ ਜਿਹੜਾ ਦੂਸਰਾ ਕ੍ਰਿਮੀਨਲ ਜਿਸ ਬਾਰੇ ਭਾਰਤ ਸਰਕਾਰ ਦੇ ਸੈਕੰਡ ਸੈਕਟਰੀ ਵੱਲੋਂ ਚਿੱਠੀ ਲਿਖੀ ਗਈ ਹੁੰਦੀ ਹੈ ਫਿਲੀਪੀਨ ਸਰਕਾਰ ਨੂੰ, ਉਹ ਹੁੰਦਾ ਹੈ ਅੰਮ੍ਰਿਤਪਾਲ ਐਮੀ, ਜਿਸ ਦੇ ਖਿਲਾਫ ਰੋਪੜ ਦੀ ਰੂਪਨਗਰ ਦੀ ਅਦਾਲਤ ਦੇ ਵਿੱਚ ਪੈਂਡਿੰਗ ਪਏ ਕ੍ਰਿਮੀਨਲ ਕੇਸਿਸ ਦਾ ਹਵਾਲਾ ਜਾਂ ਆਧਾਰ ਬਣਾ ਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਡਿਮਾਂਡ ਕੀਤੀ ਗਈ ਹੁੰਦੀ ਹੈ ਸਰਕਾਰ ਵੱਲੋਂ। ਲੇਕਿਨ 7 ਫਰਵਰੀ ਨੂੰ ਲਿਖੀ ਗਈ ਭਾਰਤ ਦੇ ਇਸ ਸੈਕੰਡ ਸੈਕਟਰੀ ਵੱਲੋਂ ਚਿੱਠੀ ਤੋਂ ਬਾਅਦ 15 ਦਿਨ ਯਾਨੀ ਕਿ 2 ਹਫ਼ਤੇ ਬਾਅਦ ਹੀ ਅਮਰੀਕਾ ਦੇ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਜਿਹੜੇ ਲੀਗਲ ਅਟੈਚੇ ਹੁੰਦੇ ਨੇ, ਜੋ ਕਿ ਐਮਬੈਸੀ ਆਫ ਅਮਰੀਕਾ ਟੂ ਫਿਲੀਪੀਨਸ ਦੇ ਨਾਲ ਅਟੈਚ ਹੁੰਦੇ ਨੇ, ਜੋਸ਼ੂਆ ਫਾਰਲੋ, ਉਹਨਾਂ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਤੇ ਉਸ ਚਿੱਠੀ ਦਾ ਜ਼ਿਆਦਾ ਅਸਰ ਹੁੰਦਾ ਹੈ। ਇਹ ਚਿੱਠੀ FBI ਦੇ ਲੀਗਲ ਅਟੈਚ ਵੱਲੋਂ ਲਿਖੀ ਗਈ ਹੈ, ਜਿਸ ਦਾ ਮਤਲਬ ਇਹ ਸੀ ਕਿ ਇਸ ਪੂਰੇ ਦੀ ਪੂਰੇ ਆਪਰੇਸ਼ਨ ਦੇ ਵਿੱਚ ਭਾਰਤ ਦੀ ਟੌਪ ਲੈਵਲ ਦੀਆਂ ਏਜੰਸੀਆਂ ਤੋਂ ਇਲਾਵਾ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਇਨਵੋਲਵ ਸੀ। ਤੇ ਉਸ ਲੈਟਰ ਦੇ ਵਿੱਚ ਯਾਨੀ ਕਿ ਉਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਇਹਨਾਂ ਕ੍ਰਿਮੀਨਲਸ ਦਾ, ਇਹ ਦੋਹਾਂ ਕ੍ਰਿਮੀਨਲਸ ਦਾ, ਤੇ ਇਹਨਾਂ ਦੇ ਖਿਲਾਫ UAPA ਦੇ ਤਹਿਤ ਕੁਝ ਸੀਰੀਅਸ ਜਿਹੜੇ ਚਾਰजेस ਲੱਗੇ ਹੁੰਦੇ ਨੇ, ਜਿਸ ਤੋਂ ਬਾਅਦ ਕਿ ਪੂਰਾ ਦਾ ਪੂਰਾ ਪ੍ਰੋਸੈਸ ਤੇਜ਼ ਹੁੰਦਾ ਹੈ। ਭਾਰਤ ਦੀ ਐਮਬੈਸੀ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਲੀਗਲ ਅਟੈਚੇ ਵੱਲੋਂ ਲਿਖੀਆਂ ਗਈਆਂ ਇਹਨਾਂ ਚਿੱਠੀਆਂ ਤੋਂ ਬਾਅਦ ਫਿਲੀਪੀਨ ਸਰਕਾਰ ਉੱਤੇ ਦਬਾਅ ਪੈਣਾ ਤੇ ਅਸਰ ਪੈਣਾ ਸੁਭਾਵਿਕ ਸੀ, ਜਿਸ ਤੋਂ ਬਾਅਦ ਬਿਊਰੋ ਆਫ ਇਮੀਗ੍ਰੇਸ਼ਨ ਅਤੇ ਫਿਊਜੀਟਿਵ ਸਰਚ ਯੂਨਿਟ ਐਕਸ਼ਨ ਵਿੱਚ ਆਉਂਦੀ ਹੈ। ਕੁਝ ਹਫ਼ਤੇ ਤੱਕ ਇਹਨਾਂ ਕ੍ਰਿਮੀਨਲਸ ਨੂੰ ਟਰੈਕਰਸ ਤੇ ਪਾਤਾ ਜਾਂਦਾ ਹੈ। ਇਹ ਦੱਸਿਆ ਜਾਂਦਾ ਹੈ ਕਿ ਮਨੀਲਾ ਇਹਨਾਂ ਦਾ ਮੇਨ ਆਪਰੇਸ਼ਨ ਦਾ ਸ਼ਹਿਰ ਰਿਹਾ ਹੁੰਦਾ ਹੈ, ਲੇਕਿਨ ਕੁਝ ਮਹੀਨੇ ਪਹਿਲਾਂ ਇਹ ਲੋਕ ਮਨੀਲਾ ਤੋਂ ਸ਼ਿਫਟ ਕਰਕੇ ਇਲੂਇਲੂ, ਇੱਕ ਛੋਟਾ ਜਿਹਾ ਹੋਰ ਕੋਸਟਲ ਸ਼ਹਿਰ ਹੈ ਜਿੱਥੇ ਕਿ ਇਹ ਜਾ ਚੁੱਕੇ ਹੁੰਦੇ ਨੇ। ਸੋ ਇਲੂਇਲੂ ਆਪਰੇਸ਼ਨ ਦੇ ਵਿੱਚ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਦਬਸ਼ ਕੀਤੀ ਜਾਂਦੀ ਹੈ। ਸਾਰੇ ਦੇ ਸਾਰੇ ਵਾਰੰਟਸ ਜਿਹੜੇ ਹੈਗੇ ਨੇ ਇਹਨਾਂ ਹੀ ਚਿੱਠੀਆਂ ਦੇ, ਇਹਨਾਂ ਹੀ ਡਾਕੂਮੈਂਟਸ ਦੇ ਆਧਾਰ ਉੱਤੇ ਆਬਟੇਨ ਕਰਨ ਤੋਂ ਬਾਅਦ ਉਹ ਧਰਪਕੜ ਤੇ ਉਹ ਆਪਰੇਸ਼ਨ ਜਿਸ ਦਾ ਜ਼ਿਕਰ ਮੇਰੀ ਪਿਛਲੀ ਰਿਪੋਰਟ ਦੇ ਵਿੱਚ ਆਪਾਂ ਕੀਤਾ ਸੀ, ਉਸ ਨੂੰ ਕੰਡਕਟ ਕੀਤਾ ਜਾਂਦਾ ਤੇ ਇਹ ਲੋਕਾਂ ਨੂੰ ਗ੍ਰਿਫਤਾਰ ਕਰਕੇ ਨੇਵਲ ਡਿਟੈਂਸ਼ਨ ਸੈਂਟਰ ਗਲੋਬਲ ਸਿਟੀ ਮਨੀਲਾ ਦੇ ਵਿਖੇ ਰੱਖਿਆ ਜਾਂਦਾ ਹੈ। ਪਿਛਲੇ ਤਕਰੀਬਨ 2-2.5 ਮਹੀਨਿਆਂ ਤੋਂ ਇਹ ਲੋਕ ਉੱਥੇ ਹੀ ਡਿਟੇਨ ਹੈਗੇ ਨੇ, ਜਿਸ ਤੋਂ ਬਾਅਦ ਕਿ ਇਹਨਾਂ ਨੂੰ ਡੀਪੋਰਟ ਕਰਨ ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ। ਕਿਉਂਕਿ ਉਸ ਵਕਤ ਮੈਂ ਦੱਸਿਆ ਵੀ ਸੀ, ਜਾਣਕਾਰੀ ਮੇਰੇ ਕੋਲ ਇੱਥੋਂ ਤੱਕ ਆ ਰਹੀ ਸੀ ਕਿ ਸ਼ਾਇਦ ਇਹਨਾਂ ਨੂੰ ਕਿਸੇ ਪ੍ਰਾਈਵੇਟ ਚਾਰਟਰ ਪਲੇਨ ਦੇ ਵਿੱਚ ਬਿਠਾ ਕੇ ਡੀਪੋਰਟ ਕਰਕੇ ਸਿੱਧਾ ਭਾਰਤ ਲਿਆਂਦਾ ਜਾ ਰਿਹਾ ਹੈ, ਲੇਕਿਨ ਇਹ ਐਡਾ ਆਪਰੇਸ਼ਨ ਸਮੂਥ ਨਹੀਂ ਸੀ। ਜਿਵੇਂ ਮੈਂ ਜ਼ਿਕਰ ਆਪਣੀ ਪਹਿਲੀ ਵੀਡੀਓ ਰਿਪੋਰਟ ਵਿੱਚ ਕੀਤਾ ਸੀ, ਇਸ ਆਪਰੇਸ਼ਨ ਦੇ ਵਿੱਚ ਇਨਪੁਟਸ ਮੇਰੇ ਕੋਲ ਤਾਂ ਇੱਥੋਂ ਤੱਕ ਆਈਆਂ ਸੀ ਕਿ ਇਹਨਾਂ ਨੂੰ ਉਸੇ ਮੌਕੇ ਪ੍ਰਾਈਵੇਟ ਚਾਰਟਰ ਪਲੇਨਸ ਦੇ ਵਿੱਚ ਬਿਠਾ ਕੇ ਇਲੂਇਲੂ ਸ਼ਹਿਰ ਤੋਂ ਭਾਰਤ ਵਿੱਚ ਲਿਜਾਇਆ ਗਿਆ ਜਾਂ ਲਿਜਾਂਦਾ ਜਾ ਰਿਹਾ ਹੈ, ਲੇਕਿਨ ਅਜਿਹੀਆਂ ਜਾਣਕਾਰੀਆਂ ਪੁਖਤਾ ਨਹੀਂ ਸੀ। ਇਹ ਇੱਕ ਫੈਕਟ ਸੀ ਕਿ ਇੱਕ ਆਪਰੇਸ਼ਨ ਨੂੰ ਬਹੁਤ ਹੀ ਹਾਈ ਕੈਲੀਬਰ ਦਾ ਤੇ ਹਾਈ ਇੰਪੋਰਟੈਂਸ ਦਾ ਆਪਰੇਸ਼ਨ ਮੰਨ ਕੇ ਇਹਨਾਂ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਇਲੂਇਲੂ ਸ਼ਹਿਰ ਤੋਂ ਮਨੀਲਾ ਸ਼ਿਫਟ ਕਰਤਾ ਗਿਆ ਸੀ, ਜਿੱਥੇ ਕਿ ਇਹਨਾਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਤੱਕ ਰੱਖਿਆ ਜਾਣਾ ਸੀ। ਇੰਨੀ ਵੀ ਕਾਰਵਾਈ ਸਮੂਥ ਨਹੀਂ ਸੀ ਟੂ ਦਾ ਐਕਸਟੈਂਟ ਕਿ ਅੱਜ ਵੀ ਮੇਨ ਜਿਹੜਾ ਇਹਨਾਂ ਦਾ ਮਾਸਟਰਮਾਈਂਡ ਇਸ ਮੋਡਿਊਲ ਦਾ ਕਹਿ ਸਕਦੇ ਹਾਂ ਮਨਪ੍ਰੀਤ ਪੀਤਾ ਤੇ ਉਸ ਦਾ ਆਪਣਾ ਭਰਾ ਮਨਦੀਪ ਸਿੰਘ, ਇਹ ਦੋਵੇਂ ਅੱਜ ਵੀ ਭਾਰਤ ਵਾਪਸ ਨਹੀਂ ਪਰਤ ਸਕੇ ਹੈਗੇ ਨੇ, ਕਿਉਂਕਿ ਇਹਨਾਂ ਦੇ ਖਿਲਾਫ ਜਾਂ ਮਨਪ੍ਰੀਤ ਸਿੰਘ ਪੀਤੇ ਦੇ ਵਿਸ਼ੇਸ਼ ਤੌਰ ਤੇ ਉਸ ਦੇ ਖਿਲਾਫ ਇੱਕ ਅਜਿਹਾ ਮਰਡਰ ਦਾ, ਹੱਤਿਆਕਾਂਡ ਦਾ ਮੁਕੱਦਮਾ ਹੋਰ ਨਿਕਲ ਆਇਆ ਜੋ ਕਿ ਸੁਖਵਿੰਦਰ ਕੁਮਾਰ ਦੇ ਕਤਲ ਦੀ ਸ਼ਕਲ ਦੇ ਵਿੱਚ ਸੀ। ਇਹੀ ਕਾਰਨ ਸੀ ਕਿ ਮਨਪ੍ਰੀਤ ਪੀਤਾ ਡਿਪੋਰਟ ਹੋਣ ਤੋਂ ਬਚ ਗਿਆ। ਅੰਮ੍ਰਿਤਪਾਲ ਸਿੰਘ ਐਮੀ ਅਤੇ ਅਮਰੀਕ ਸਿੰਘ ਨੂੰ ਡਿਪੋਰਟ ਹੋਣ ਤੋਂ ਨਹੀਂ ਰੋਕਿਆ ਜਾ ਪਾਇਆ ਕਿਉਂਕਿ ਡਾਕੂਮੈਂਟੇਸ਼ਨ ਬਹੁਤ ਸਟਰੋਂਗ ਸੀ, ਜਿਸ ਤੋਂ ਬਾਅਦ ਕਿ ਇਹਨਾਂ ਦੀ ਡਿਪੋਰਟੇਸ਼ਨ ਸੰਭਵ ਹੋ ਪਾਈ। ਲੇਕਿਨ ਮਨਪ੍ਰੀਤ ਪੀਤਾ ਅਤੇ ਉਸ ਦਾ ਭਰਾ ਮਨਦੀਪ ਅੱਜ ਵੀ ਉਸੇ ਨੇਵਲ ਡਿਟੈਂਸ਼ਨ ਸੈਂਟਰ ਦੇ ਵਿੱਚ ਨੇ, ਕਿਉਂਕਿ ਹੁਣ ਸੁਖਵਿੰਦਰ ਕੁਮਾਰ ਦਾ ਜਿਹੜਾ ਮਰਡਰ ਕੇਸ, ਜੋ ਕਿ ਫਿਲੀਪੀਨਸ ਇੱਕ ਅਜਿਹਾ ਮੁਲਕ ਹੈ ਜਿਸ ਵਿੱਚ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀਆਂ ਦੀ ਵਸੋਂ ਤੇ ਪ੍ਰਭਾਵਸ਼ਾਲੀ ਰੂਪ ਦੇ ਨਾਲ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ, ਸਮਾਜ ਦੇ ਬਹੁਤ ਹੀ ਚੰਗੇ ਰੁਤਬਿਆਂ ਦੇ ਉੱਤੇ ਪੰਜਾਬੀ ਉੱਥੇ ਵਸੇ ਹੋਏ ਨੇ ਤੇ ਬਹੁਤ ਹੀ ਤਨਾੜ ਪੰਜਾਬੀ ਵੀ ਹੈਗੇ ਨੇ, ਜਿਨ੍ਹਾਂ ਦੇ ਜ਼ਿਆਦਾਤਰ ਕੰਮ ਫਾਈਨੈਂਸਿੰਗ ਦੇ ਹੈਗੇ ਨੇ। ਹੁਣ ਮਨੀਲਾ ਦੇ ਵਿੱਚ ਜਿਹੜਾ ਪੈਸੇ ਨੂੰ ਫਾਈਨਾਂਸ ਕਰਨ ਦਾ ਕੰਮ ਹੈ ਉਹ ਦਹਾਕਿਆਂ ਤੋਂ ਪੰਜਾਬੀ ਕਰਦੇ ਆ ਰਹੇ ਹੈਗੇ ਨੇ ਤੇ ਇਹ ਬਹੁਤ ਇੱਕ ਲੁਕਰੇਟਿਵ ਕੰਮ ਧੰਦਾ ਹੈ, ਲੇਕਿਨ ਇਸ ਦੇ ਵਿੱਚ ਜ਼ੋਖਮ ਵੀ ਘੱਟ ਨਹੀਂ ਹੈਗੇ ਨੇ। 1 ਲੱਖ ਦੇ ਅਮਾਊਂਟ ਨੂੰ ਜੇ ਤੁਸੀਂ ਵਿਆਜ ਉੱਤੇ ਦਿੰਦੇ ਤਾਂ ਤੁਸੀਂ ਕੁਝ ਦਿਨਾਂ ਦੇ ਵਿੱਚ 20,000 ਯਾਨੀ 20% ਤੱਕ ਜਿਹੜਾ ਰੇਟ ਆਫ ਇੰਟਰਸਟ ਹੈ ਕਮਾ ਸਕਦੇ ਹੋ, ਜੋ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਜਾਂ ਦੁਨੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਤੁਹਾਨੂੰ ਸਿੱਧੇ ਤਰੀਕੇ ਦੇ ਨਾਲ ਨਹੀਂ ਮਿਲ ਸਕਦਾ। ਤੇ ਇਸ ਕੰਮਕਾਜ ਦੇ ਵਿੱਚ ਕੋਈ ਗੈਰ ਕਾਨੂੰਨੀ ਗੱਲਬਾਤ ਨਹੀਂ ਹੈ। ਸੋ ਬਹੁਤ ਸੇ ਲੋਕਾਂ ਨੇ ਕੰਮ ਖੋਲੇ ਹੋਏ ਨੇ, ਲੇਕਿਨ ਬਹੁਤ ਸੇ ਕੇਸਿਸ ਦੇ ਵਿੱਚ ਇਹੀ ਜਿਹੜਾ ਮਨੀ ਦੀ ਫਾਈਨੈਂਸਿੰਗ ਦਾ ਬਿਜ਼ਨਸ ਹੈ
ਉਹ ਖੂਨੀ ਬਿਜ਼ਨਸ ਵੀ ਬਣ ਜਾਂਦਾ ਹੈ, ਜਦੋਂ ਕਿ ਜਾਂ ਤਾਂ ਵਸੂਲੀ ਕਰਨ ਵਾਲੇ ਲੋਕਾਂ ਨੂੰ ਮਾਰਤਾ ਜਾਂਦਾ ਹੈ ਜਾਂ ਫਿਰ ਬਹੁਤ ਸੇ ਕੇਸਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ। ਪੰਜਾਬ ਦੇ ਬਹੁਤ ਸੇ ਲੋਕ ਖਾਸ ਕਰਕੇ ਜਿਹੜੇ ਫਾਈਨਾਂਸ ਦਾ ਕੰਮ ਕਰਦੇ ਰਹੇ ਨੇ, ਉਹਨਾਂ ਦੇ ਮਨੀਲਾ ਜਾਂ ਫਿਲੀਪੀਨਸ ਦੇ ਵਿੱਚ ਹੋਏ ਕਤਲਾਂ ਦੀਆਂ ਖਬਰਾਂ ਤੁਸੀਂ ਪਿਛਲੇ ਕਈ ਸਾਲਾਂ ਦੌਰਾਨ ਸੁਣੀਆਂ ਨੇ। ਸੋ ਉਸੇ ਤਰੀਕੇ ਦੇ ਪੂਰੇ ਸੈਟਅਪ ਦੇ ਵਿੱਚ ਮਨਪ੍ਰੀਤ ਪੀਤਾ ਤੇ ਇਹ ਲੋਕ ਸ਼ਾਮਲ ਸਨ। ਹਾਲਾਂਕਿ ਇਹਨਾਂ ਦਾ ਮੇਨ ਪਰਪਸ ਤੇ ਮੇਨ ਮਕਸਦ ਅਮਰੀਕਾ ਨਿਕਲਣਾ ਸੀ। ਅੱਗੇ ਅਪਰਾਧ ਦੀਆਂ ਜਿਹੜੀਆਂ ਵਾਰਦਾਤਾਂ ਇਹਨਾਂ ਦੀਆਂ ਲਗਾਤਾਰ ਚੱਲ ਰਹੀਆਂ ਸਨ, ਇੱਕ ਪਾਸੇ ਅਰਸ਼ਦੀਪ ਡਾਲੇ ਦੇ ਨਾਲ, ਦੂਸਰੇ ਪਾਸੇ ਸੁੱਖੇ ਦੁਨੇਕੇ ਦੇ ਨਾਲ। ਹਾਲਾਂਕਿ ਦੋਵੇਂ ਇਕੱਠੇ ਵੀ ਮੰਨੇ ਜਾਂਦੇ ਨੇ, ਲੇਕਿਨ ਉਸ ਰਿਪੋਰਟ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਦੋਵੇਂ ਹੁਣ ਉਸ ਤਰੀਕੇ ਨਾਲ ਇਕੱਠੇ ਨਹੀਂ ਰਹੇ ਨੇ। ਅਲੱਗ-ਅਲੱਗ ਦੋਵਾਂ ਦੇ ਸਰਕਟ, ਅਲੱਗ-ਅਲੱਗ ਦੋਵਾਂ ਦੇ ਗੈਂਗ ਚੱਲਦੇ ਹੈਗੇ ਨੇ। ਬੇਸ਼ੱਕ ਕਈ ਵਾਰਦਾਤਾਂ ਦੇ ਵਿੱਚ ਇਹ ਲੋਕ ਇਕੱਠੇ ਹੋ ਕੇ ਵੀ ਘਟਨਾਵਾਂ ਨੂੰ ਅੰਜਾਮ ਦਿੰਦੇ ਰਹੇ ਨੇ। ਸੋ ਮਨਪ੍ਰੀਤ ਪੀਤਾ ਤੇ ਉਸ ਦਾ ਪੂਰਾ ਮੋਡਿਊਲ ਦੋਵੇਂ ਪਾਸੇ ਵੀ ਕਈ ਪੱਖੋਂ ਤੁਰ ਰਿਹਾ ਸੀ। ਅੰਮ੍ਰਿਤਪਾਲ ਐਮੀ ਨੂੰ ਸੁੱਖਾ ਦੁਨੇਕੇ ਦਾ ਬੰਦਾ ਸਮਝਿਆ ਜਾਂਦਾ ਰਿਹਾ ਤੇ ਉਹ ਉਸ ਦੇ ਨਾਲ ਜ਼ਿਆਦਾ ਅਟੈਚ ਰਿਹਾ, ਲੇਕਿਨ ਲੈ ਦੇ ਕੇ ਪੂਰੇ ਦੇ ਪੂਰੇ ਇਸ ਆਪਰੇਸ਼ਨ ਦੇ ਵਿੱਚ ਮੇਨ ਜਿਹੜਾ ਮੋਹਰਾ ਹੈ ਉਹ ਹੈ ਮਨਪ੍ਰੀਤ ਪੀਤਾ, ਜੋ ਕਿ ਅੱਜ ਵੀ ਰਿਪੋਰਟ ਨਹੀਂ ਹੋ ਪਾਇਆ ਹੈ, ਕਿਉਂਕਿ ਹੁਣ ਸੁਖਵਿੰਦਰ ਕੁਮਾਰ ਦੇ ਕੇਸ ਦੇ ਵਿੱਚ ਜਿਹੜੇ ਵੀ ਉਸ ਦੇ ਖਿਲਾਫ ਚਾਰਜਿਸ ਲੱਗੇ ਸਨ, ਇਸ ਤੋਂ ਪਹਿਲਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਸੁਖਵਿੰਦਰ ਕੁਮਾਰ ਦਾ ਕਤਲ ਉਸਨੇ 2 ਲੋਕਾਂ ਦੇ ਨਾਲ ਰਲ ਕੇ ਕੀਤਾ ਸੀਗਾ, ਲੇਕਿਨ ਉਸ ਕੇਸ ਦੇ ਵਿੱਚ ਪੀਤੇ ਨੂੰ ਅਦਾਲਤ ਨੇ ਬੇਲ ਦਿੱਤੀ ਸੀ ਤੇ ਬੇਲ ਉੱਤੇ ਉਹ ਬਾਹਰ ਸੀ। ਬੇਲ ਦੇ ਉੱਤੇ ਬਾਹਰ ਰਹਿੰਦੇ ਦੌਰਾਨ ਮਨਪ੍ਰੀਤ ਪੀਤੇ ਵੱਲੋਂ ਕੋਈ ਵੱਡੀ ਲੰਬੀ ਚੌੜੀ ਅਪਰਾਧਿਕ ਵਾਰਦਾਤਾਂ ਦਾ ਸਿਲਸਿਲਾ ਘੱਟੋ ਘੱਟ ਫਿਲੀਪੀਨਸ ਦੇ ਲੈਵਲ ਉੱਤੇ ਨਹੀਂ ਹੋਇਆ। ਹਾਂ, ਇਹਨਾਂ ਲੋਕਾਂ ਨੇ ਉੱਥੋਂ ਬੈਠ ਕੇ ਪੰਜਾਬ ਦੇ ਵਿੱਚ ਆਪਣੇ ਗੈਂਗਸ ਨੂੰ ਕਾਫੀ ਐਕਟਿਵ ਕਰ ਲਿਆ ਸੀ। ਤੇ ਜਿਵੇਂ ਮੈਂ ਆਪਣੀ ਵੀਤੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਮਨਪ੍ਰੀਤ ਪੀਤੇ ਦਾ ਇੱਕ ਆਪਣਾ ਗੈਂਗ ਵੀ ਬਹੁਤ ਹੀ ਐਕਟਿਵ ਹੋ ਚੁੱਕਾ ਸੀ। ਬਹੁਤ ਸੇ ਅਜਿਹੇ ਕੇਸਿਸ ਸੀ ਤੇ ਬਹੁਤ ਅਜਿਹੀਆਂ ਵਾਰਦਾਤਾਂ ਸਨ ਜਿਸ ਵਿੱਚ ਕਿ ਮਨਪ੍ਰੀਤ ਪੀਤੇ ਦੇ ਫੁੱਟ ਆਪਰੇਟਿਵਸ, ਉਸ ਦੇ ਜਿਹੜੇ ਗੁਰਗੇ ਸਨ, ਉਸ ਦੇ ਗੈਂਗਸਟਰ ਜੋ ਕਿ ਉਸ ਦੇ ਵੱਲੋਂ ਰਿਕਰੂਟ ਕੀਤੇ ਗਏ, ਉਸ ਦੇ ਵੱਲੋਂ ਆਪਣੇ ਗਰੁੱਪ ਦੇ ਨਾਲ ਜੋੜੇ ਗਏ, ਉਹਨਾਂ ਨੇ ਵਾਰਦਾਤਾਂ ਕੀਤੀਆਂ। ਕੁਝ ਹੱਦ ਤੱਕ ਐਵੇਂ ਵੀ ਦੱਸਿਆ ਜਾਂਦਾ ਹੈ ਕਿ ਅਰਸ਼ਦੀਪ ਡਾਲੇ ਦੀ ਜਾਣਕਾਰੀ ਤੋਂ ਬਗੈਰ ਵੀ ਮਨਪ੍ਰੀਤ ਪੀਤਾ ਆਪਣੇ ਲੈਵਲ ਉੱਤੇ ਹੀ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ। ਇਸੇ ਕਰਕੇ ਮਨਪ੍ਰੀਤ ਪੀਤਾ ਇੱਕ ਵੱਡਾ ਚੈਲੰਜ ਬਣਦਾ ਜਾ ਰਿਹਾ ਸੀ। ਲੇਕਿਨ ਇੱਕ ਜਿਹੜਾ ਫਾਈਨਲ ਰੀਜ਼ਨ ਮੰਨਿਆ ਜਾ ਰਿਹਾ, ਜਿਸ ਦਾ ਮੈਂ ਥੋੜਾ ਜਿਹਾ ਇਸ਼ਾਰਾ ਤੇ ਸ਼ਾਇਦ ਜ਼ਿਕਰ ਵੀ ਆਪਣੀ ਬੀਤੀ ਰਿਪੋਰਟ ਵਿੱਚ ਕੀਤਾ ਸੀ, ਉਹ ਇਹ ਸੀ ਕਿ ਇੱਕ ਬਹੁਤ ਹੀ ਵੱਡੀ ਟਾਰਗੇਟਿਡ ਕਿਲਿੰਗ ਇਹਨਾਂ ਨੇ ਕਰਨੀ ਸੀ। ਇਹ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੁਝ ਹਿੰਦੂ ਲੀਡਰਾਂ ਨੂੰ ਨਿਸ਼ਾਨੇ ਤੇ ਲੈ ਕੇ ਉਹਨਾਂ ਦੇ ਕਤਲ ਕਰਨ ਦੇ ਇਰਾਦੇ ਸੀ। ਦਿੱਲੀ ਦੇ ਵਿੱਚ ਇੱਕ ਘਟਨਾ ਹੋਈ ਸੀ ਜਿਸ ਵਿੱਚ ਕਿ ਹਰਕਤੁਲ ਅਨਸਾਰ ਅਤੇ ਅਰਸ਼ਦੀਪ ਡਾਲੇ ਦਾ ਇੱਕ ਜਿਹੜਾ ਗੈਂਗਸਟਰ ਸੀ, ਇਹ ਦੋਵਾਂ ਨੇ ਇਕੱਠੇ ਫੜ ਕੇ ਇੱਕ ਸ਼ਖਸ ਜਿਸ ਦੀ ਕਿ ਬਾਂਹ ਦੇ ਉੱਤੇ ਤਰਸ਼ੂਲ ਬਣਿਆ ਹੋਇਆ ਸੀ, ਉਸ ਨੂੰ ਉੱਥੇ ਟੁਕੜੇ ਕਰਕੇ ਉਸ ਦਾ ਵੀਡੀਓ ਬਣਾ ਕੇ ਪਾਕਿਸਤਾਨ ਦੇ ਆਪਣੇ ਹੈਂਡਲਰ ਨੂੰ ਭੇਜਿਆ ਸੀ। ਉਸ ਮਾਮਲੇ ਦੀ ਇੱਕ ਪਾਸੇ ਤਫਤੀਸ਼ ਜਾਰੀ ਸੀ, ਲੇਕਿਨ ਇਹ ਵੀ ਨਜ਼ਰ ਵਿੱਚ ਆ ਰਿਹਾ ਸੀ ਕਿ ਮਨਪ੍ਰੀਤ ਪੀਤੇ ਦੇ ਮੋਡਿਊਲ ਦੇ ਜ਼ਰੀਏ ਹੀ ਪੰਜਾਬ ਦੇ ਵਿੱਚ ਕੁਝ ਟਾਰਗੇਟਿਡ ਕਿਲਿੰਗਸ ਇਹਨਾਂ ਵੱਲੋਂ ਕਰਾਈਆਂ ਜਾਣੀਆਂ ਨੇ, ਜਿਸ ਤੋਂ ਬਾਅਦ ਕਿ ਭਾਰਤੀ ਏਜੰਸੀਆਂ, ਐਨਫੋਰਸਮੈਂਟ ਏਜੰਸੀਆਂ ਬਹੁਤ ਹੀ ਐਕਟਿਵ ਸਨ। ਇਹੀ ਕਾਰਨ ਸੀ ਕਿ ਮਨਪ੍ਰੀਤ ਪੀਤੇ ਵਰਗਾ ਅਦਰਵਾਈਜ਼ ਪੰਜਾਬ ਦਾ ਇੱਕ ਨਾਰਮਲ ਉਹ ਗੈਂਗਸਟਰ ਹੈ, ਹੁਣੀ ਜਿਹੜੀ 26 ਹੋਰ ਖਾੜਨ ਜਿਹੜੇ ਪੰਜਾਬ ਦੇ ਗੈਂਗਸਟਰ ਜਾਂ ਕ੍ਰਿਮੀਨਲ ਜੋ ਕਿ ਵਿਦੇਸ਼ਾਂ ਵਿੱਚ ਲੁਕੇ ਹੋਏ ਨੇ, ਛੁਪੇ ਹੋਏ ਨੇ, ਉਸ ਦੇ ਵਿੱਚ ਵੀ ਮਨਪ੍ਰੀਤ ਪੀਤੇ ਦਾ ਨਾਂ ਮੇਰੀ ਰਿਪੋਰਟ ਚੱਲਣ ਤੋਂ ਬਾਅਦ ਹੀ, ਯਾਨੀ ਕਿ ਆਪਣੀ 1.5 ਮਹੀਨੇ ਪਹਿਲੇ ਦੀ ਰਿਪੋਰਟ ਤੋਂ ਬਾਅਦ ਪਹਿਲੀ ਵਾਰ ਦੇਖਿਆ ਗਿਆ ਕਿ ਮਨਪ੍ਰੀਤ ਪੀਤੇ ਦਾ ਜ਼ਿਕਰ ਹੋਣਾ ਸ਼ੁਰੂ ਹੋਇਆ। ਲੇਕਿਨ ਭਾਰਤੀ ਜਿਹੜੀਆਂ ਖੁਫੀਆ ਏਜੰਸੀਆਂ ਕਹਿ ਲਈਏ ਜਾਂ ਭਾਰਤੀ ਏਜੰਸੀਆਂ ਜੋ ਕਿ ਵਿਦੇਸ਼ਾਂ ਦੇ ਵਿੱਚ ਐਕਟਿਵ ਹੁੰਦੀਆਂ ਨੇ, ਉਹਨਾਂ ਨੇ ਪਹਿਲਾਂ ਹੀ ਉਸ ਲਿਸਟ 26 ਜਿਹੜੇ ਲੋਕਾਂ ਦੀ ਲਿਸਟ ਸੀ, ਮੈਨੂੰ ਹੈਰਾਨੀ ਸੀ ਜਦੋਂ ਲਿਸਟ ਨਿਕਲੀ ਸੀ ਉਸ ਦੇ ਵਿੱਚ ਮਨਪ੍ਰੀਤ ਪੀਤੇ ਦਾ ਨਾਂ ਸੀ, ਜਦੋਂ ਕਿ ਆਪਾਂ ਆਪਣੀ ਰਿਪੋਰਟ ਦੇ ਵਿੱਚ ਕਹਿ ਚੁੱਕੇ ਸੀ ਕਿ ਮਨਪ੍ਰੀਤ ਪੀਤਾ ਡਿਟੇਨ ਕੀਤਾ ਜਾ ਚੁੱਕਾ ਹੈ। ਉਹ ਇਸ ਵਕਤ ਮਨੀਲਾ ਦੇ ਵਿੱਚ, ਫਿਲੀਪੀਨਸ ਦੇ ਵਿੱਚ ਕਬਜ਼ੇ ਦੇ ਵਿੱਚ ਹੈ। ਬਿਊਰੋ ਆਫ ਜਿਹੜਾ ਇਮੀਗ੍ਰੇਸ਼ਨ ਹੈ, ਪੂਰਾ ਦਾ ਪੂਰਾ ਆਪਰੇਸ਼ਨ, ਉਸ ਦੀਆਂ ਮੈਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਲੇਕਿਨ ਸ਼ਾਇਦ ਰੀਜ਼ਨ ਇਹ ਸੀ ਕਿ ਅਕਸਰ ਜਿਹੜੀ ਸਾਡੀ ਇਨਫੋਰਸਮੈਂਟ ਏਜੰਸੀਆਂ ਉਹ ਵੀ ਆਪਣੇ ਨੰਬਰ ਬਣਾਉਣਾ ਚਾਹੁੰਦੀਆਂ ਨੇ। ਸੋ NIA ਨੇ ਇਸ ਆਪਰੇਸ਼ਨ ਨੂੰ 19 ਮਈ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਉੱਤੇ ਇੱਕ ਅਜਿਹਾ ਆਪਰੇਸ਼ਨ ਦਰਸਾਇਆ ਜਿਸ ਵਿੱਚ ਕਿ ਉਹਨਾਂ ਦੇ ਹਿਸਾਬ ਨਾਲ ਕੋਈ ਬੈਕਗਰਾਊਂਡ ਸੀ ਹੀ ਨਹੀਂ। 2 ਕ੍ਰਿਮੀਨਲ ਤੇ ਗੈਂਗਸਟਰ ਉਤਰਦੇ ਹੈਗੇ ਨੇ, ਉਹ ਉਤਰਦੇ ਨਹੀਂ ਸੀ, ਉਹਨਾਂ ਨੂੰ ਜਹਾਜ਼ ਦੇ ਵਿੱਚ ਚੜਾਇਆ ਗਿਆ ਸੀਗਾ ਤੇ ਚੜਾਉਣ ਵਾਲੇ ਸੀਗੇ ਬਿਊਰੋ ਆਫ ਇਮੀਗ੍ਰੇਸ਼ਨ, ਫਿਲੀਪੀਨਸ ਦੀਆਂ ਸਰਕਾਰਾਂ, ਜਿਸ ਤੋਂ ਪਹਿਲਾਂ ਭਾਰਤ ਦੀਆਂ ਸਰਕਾਰਾਂ ਨੇ ਜਾਂ ਭਾਰਤ ਦੀਆਂ ਏਜੰਸੀਆਂ ਨੇ ਬਹੁਤ ਹੀ ਸੀਰੀਅਸ ਲੈਵਲ ਉੱਤੇ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਾਲ ਰਲ ਕੇ ਇਸ ਕੇਸ ਦੇ ਵਿੱਚ ਦਬਾਅ ਪਾਇਆ ਸੀ, ਜਿਸ ਤੋਂ ਬਾਅਦ ਹੀ ਇਹ ਜਿਹੜੇ ਕ੍ਰਿਮੀਨਲਸ ਹੈਗੇ ਨੇ ਇਹਨਾਂ ਨੂੰ ਭਾਰਤ ਦੇ ਵਿੱਚ ਡਿਪੋਰਟ ਕਰਨ ਦੇ ਵਿੱਚ ਕਾਮਯਾਬ ਹੋਈਆਂ ਹੈਗੀਆਂ ਨੇ ਅਥਾਰਟੀਜ਼। ਸੋ ਲੈ ਦੇ ਕੇ 2 ਜਿਹੜੇ ਹਾਰਡਨ ਕ੍ਰਿਮੀਨਲਸ ਨੇ ਆ ਚੁੱਕੇ ਨੇ। ਵੀ ਐਕਸਪੈਕਟ ਕਿ ਮਨਪ੍ਰੀਤ ਪੀਤਾ, ਕਿਉਂਕਿ ਉਸ ਦੇ ਕੇਸ ਜਦ ਤੱਕ ਸੁਖਵਿੰਦਰ ਕੁਮਾਰ ਦੇ ਕੇਸ ਦੇ ਵਿੱਚ ਫੈਸਲਾ ਨਹੀਂ ਹੁੰਦਾ ਤਦ ਤੱਕ ਉਸ ਦੀ ਡਿਪੋਰਟੇਸ਼ਨ ਦੇ ਉੱਤੇ ਇੱਕ ਬਹੁਤ ਵੱਡੀ ਅੜਚਨ ਜਾਂ ਅੜਿੱਕਾ ਖੜਾ ਹੋ ਚੁੱਕਾ ਹੈ। ਉਸ ਦੇ ਭਰਾ ਮਨਦੀਪ ਦਾ ਜਿਹੜਾ ਸਟੇਟਸ ਕਲੀਅਰ ਨਹੀਂ ਹੈ ਕਿ ਉਸ ਨੂੰ ਕਿਉਂ ਰੋਕਿਆ ਗਿਆ ਹੈ, ਕਿਉਂਕਿ ਮੇਰੀ ਜਾਣਕਾਰੀ ਦੇ ਮੁਤਾਬਕ ਜਿੰਨੀ ਕਿ ਵਾਰਦਾਤਾਂ ਦੇ ਵਿੱਚ ਉਹ ਇਨਵੋਲਵ ਸੀ, ਕਿਉਂਕਿ ਪੋਸੀਬਲੀ ਉੱਥੇ ਕੁਝ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਰਿਹਾ ਹੋਵੇਗਾ। ਅੰਮ੍ਰਿਤਪਾਲ ਐਮੀ ਅਤੇ ਅਮਰੀਕ ਸਿੰਘ ਕੁਝ ਜ਼ਿਆਦਾ ਉੱਥੇ ਇਹਨਾਂ ਨੇ ਵਾਰਦਾਤਾਂ ਨਹੀਂ ਕੀਤੀਆਂ। ਇਹ ਚੀਜ਼ ਬਿਊਰੋ ਆਫ ਇਮੀਗ੍ਰੇਸ਼ਨ ਤੇ ਫਿਊਜੀਟਿਵ ਸਰਚ ਯੂਨਿਟ ਨੇ ਵੀ ਦੱਸੀ ਹੈ। ਫਿਲੀਪੀਨਸ ਦੀਆਂ ਅਥਾਰਟੀਜ਼ ਨੇ ਵੀ ਕਿਹਾ ਕਿ ਚਾਰੋਂ ਲੋਕ ਉੱਥੇ ਕੋਈ ਕ੍ਰਿਮੀਨਲ ਵੱਡੀਆਂ ਵਾਰਦਾਤਾਂ ਦੇ ਵਿੱਚ ਇਹਨਾਂ ਦਾ ਕੋਈ ਬੈਕਗਰਾਊਂਡ ਨਹੀਂ ਸੀ ਅਦਰ ਦੈਨ ਮਨਪ੍ਰੀਤ ਪੀਤਾ। ਤੇ ਉਹ ਜਿਹੜਾ ਸੁਖਵਿੰਦਰ ਕੁਮਾਰ ਦਾ ਮਰਡਰ ਕੇਸ ਹੈ, ਜਦ ਉਸ ਦੇ ਵਿੱਚ ਕਲੀਅਰੈਂਸ ਮਿਲਦੀ ਹੈ ਉਸ ਤੋਂ ਬਾਅਦ ਹੀ ਮਨਪ੍ਰੀਤ ਪੀਤੇ ਨੂੰ ਇੱਥੇ ਲਿਆਂਦਾ ਜਾ ਸਕੇਗਾ, ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਭਾਰਤ ਸਰਕਾਰ ਤੇ ਉੱਥੋਂ ਦੀਆਂ ਏਜੰਸੀਆਂ
ਕਰਨਗੀਆਂ। ਸੋ ਅੱਜ ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਇਹੀ ਗੱਲਬਾਤ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ। ਜਦੋਂ ਮੈਂ ਅਖਬਾਰਾਂ ਪੜ੍ਹੀਆਂ ਤੇ ਟੀਵੀ ਚੈਨਲਾਂ ਦੇ ਉੱਤੇ ਅੰਮ੍ਰਿਤਪਾਲ ਐਮੀ ਅਤੇ ਅਮਰੀਕ ਸਿੰਘ ਦੀਆਂ ਖਬਰਾਂ ਸੁਣੀਆਂ, ਥੋੜੀ ਹੈਰਾਨੀ ਜ਼ਰੂਰ ਹੋਈ ਕਿ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਦਰਸਾਇਆ ਗਿਆ ਹੈ। ਲੇਕਿਨ ਜ਼ਿਆਦਾ ਬੈਕਗਰਾਊਂਡਰ ਸਾਡੇ ਅਖਬਾਰਾਂ ਕੋਲ, ਅਦਾਰਿਆਂ ਕੋਲ ਹੁੰਦੇ ਨਹੀਂ ਨੇ, ਕਿਉਂਕਿ ਜਿਹੜੀ ਇਨਪੁਟ, ਪ੍ਰਾਇਮਰੀ ਇਨਪੁਟ ਹੈ, ਬਹੁਤ ਸੇ ਅਖਬਾਰਾਂ ਨੇ ਖਬਰਾਂ ਛੋਟੀ ਛੋਟੀ ਡੱਬੀਆਂ ਦੀ ਸ਼ਕਲ ਵਿੱਚ ਛਾਪੀਆਂ ਵੀ ਸਨ। ਲੇਕਿਨ ਜਦੋਂ NIA ਨੇ ਹੀ ਐਡੀ ਵੱਡੀ ਜਾਣਕਾਰੀ ਦੇ ਦਿੱਤੀ ਕਿ ਅਸੀਂ ਇਹਨਾਂ ਨੂੰ 에ਅਰਪੋਰਟ ਉੱਤੇ ਫੜਿਆ ਹੈ, ਉਸ ਤੋਂ ਬਾਅਦ ਅਖਬਾਰਾਂ ਨੇ ਤਾਂ ਉਸੇ ਰੋਸ਼ਨੀ ਦੇ ਵਿੱਚ ਉਸ ਖਬਰ ਨੂੰ ਛਾਪਣਾ ਸੀ। ਲੇਕਿਨ ਆਪਾਂ ਤੁਹਾਨੂੰ ਸਹੀ ਬੈਕਗਰਾਊਂਡ ਦੱਸਿਆ ਹੈ, ਕਿਵੇਂ ਭਾਰਤ ਦੀਆਂ ਟੌਪ ਲੈਵਲ ਦੀਆਂ ਏਜੰਸੀਆਂ, ਐਮਬੈਸੀ ਆਫ ਇੰਡੀਆ ਐਂਡ ਐਮਬੈਸੀ ਆਫ ਅਮਰੀਕਾ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਜਦ ਤੱਕ ਇਸ ਕੇਸ ਦੇ ਵਿੱਚ ਰਲ ਕੇ ਉਹਨਾਂ ਨੇ ਜ਼ੋਰ ਨਹੀਂ ਲਾਇਆ, ਤਦ ਤੱਕ ਇਹ ਕ੍ਰਿਮੀਨਲਸ ਵਾਪਸ ਨਹੀਂ ਆ ਪਾਏ। ਹਜੇ ਵੀ ਮਨਪ੍ਰੀਤ ਪੀਤੇ ਦਾ ਵਾਪਸ ਭਾਰਤ ਦੇ ਵਿੱਚ ਡਿਪੋਰਟ ਹੋਣਾ ਇੱਕ ਬਹੁਤ ਵੱਡਾ ਚੈਲੰਜ ਹੈ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਇਸ ਕੇਸ ਦੇ ਵਿੱਚ ਰਹਿੰਦਾ ਹੈ। ਕੋਈ ਅਪਡੇਟ ਹੋਏਗੀ ਤਾਂ ਜ਼ਰੂਰ ਸਾਂਝੀ ਕਰਾਂਗੇ। ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ। ਤੇ ਇੱਕ ਹੋਰ ਰਿਪੋਰਟ ਲੈ ਕੇ ਬਹੁਤ ਛੇਤੀ ਹਾਜ਼ਰ ਫੇਰ ਹੋਵਾਂਗਾ।